क्लास 9 बेटा असी पढ़ांगे कहानी तीसरी जीनत आपा। ठीक है, तो जीनत आपा दी पहचान। कहानीकार दा दोस्त रशीद अपने मूहों अपनी तारीफ कर रहा सी कि उसका ਉੱਚਾ ਕੱਦ, ਗੱਲਾਂ ਦੀ ਲਾਲੀ, ਕਾਲੇ ਸ਼ਾਹ ਰੇਸ਼ਮ ਵਰਗੇ ਵਾਲ। ਜੇਕਰ ਕਿਸੇ ਕੁੜੀ ਕੋਲ ਇਹ ਸਭ ਕੁਝ ਹੋਵੇ ਤਾਂ ਉਹ ਬਹੁਤ ਸੁਨੱਖੀ ਹੋਵੇਗੀ। ਲੇਖਕ ਨੂੰ ਉਸੇ ਸਮੇਂ ਇਹਨਾਂ ਗੱਲਾਂ ਤੋਂ ਜੀਨਤ ਆਪਾ ਯਾਦ ਆ ਗਈ, ਜੋ ਕਿ ਬਹੁਤ ਖੂਬਸੂਰਤ, ਅਰਸ਼ੋਂ ਲੱਥੀ ਪਰੀ ਹੋਵੇ। ਹਰ ਸਮੇਂ ਖਿੜਖਿੜ ਹੱਸਦੀ ਰਹਿੰਦੀ, ਆਂਢ ਗੁਆਂਢ ਦੀ ਚਹੇਤੀ, ਹਰ ਵਿਹੜੇ ਵਿੱਚ ਖੁਸ਼ੀਆਂ ਖਲੇਰਦੀ ਰਹਿੰਦੀ। ਜੀਨਤ ਆਪਾ ਖੱਟ ਮਿੱਠੇ ਬੇਰਾਂ ਦੀ, ਭੁੱਜੇ ਹੋਏ ਸੱਤੂਆਂ ਦੀ ਅਤੇ ਬਾਹੁਲੀ ਦੀ ਬਹੁਤ ਸ਼ੌਕੀਨ ਸੀ। ਜਿਸ ਦੇ ਘਰ ਇਹ ਚੀਜ਼ਾਂ ਹੁੰਦੀਆਂ ਉਹ ਜੀਨਤ ਆਪਾ ਲਈ ਪਹਿਲਾਂ ਸੰਭਾਲ ਕੇ ਰੱਖਦਾ। ਇਹ ਸੀ ਬੇਟਾ ਜੀਨਤ ਆਪਾ ਦੀ ਗੱਲ, ਜੋ ਅਸੀਂ ਅੱਗੇ ਪੜ੍ਹਾਂਗੇ ਕਿ ਕਿਸ ਤਰੀਕੇ ਦੀ ਉਸਦੀ ਮਾਂ ਸੀ, ਇੱਕ ਬੇਟੀ ਸੀ, ਹੈ ਨਾ, ਇੱਕ ਪਤਨੀ ਸੀ, ਉਹ ਕਿਸ ਤਰੀਕੇ ਦੀ ਇੱਕ ਭੈਣ ਸੀ। ਸਾਰੇ ਗੁਣ ਉਹਦੇ ਵਿੱਚ ਸਨ। ਖੁਸ਼ ਤਬੀਅਤ ਅਤੇ ਲਾਡਲੀ ਜੀਨਤ। ਜੀਨਤ ਨੰਬਰਦਾਰ ਪਿਤਾ ਦੀ ਲਾਡਲੀ ਧੀ ਸੀ। ਜਦੋਂ ਜੀਨਤ ਵੱਡੀ ਹੋਈ ਤਾਂ ਉਸਦੇ ਪਿਤਾ ਦੀ ਹਵੇਲੀ ਨੂੰ ਲੋਕਾਂ ਨੇ ਜੀਨਤ ਦੀ ਹਵੇਲੀ ਦੇ ਨਾਂ ਨਾਲ ਸੱਦਣਾ ਸ਼ੁਰੂ ਕਰ ਦਿੱਤਾ। ਜੀਨਤ ਸਾਰੀ ਦੁਪਹਿਰ ਨੱਟੀਆਂ ਘਰ ਵਿੱਚ ਬਿਠਾਈ ਰੱਖਦੀ। ਨੱਟੀਆਂ ਹੁੰਦੀਆਂ ਨੱਚਣ ਗਾਉਣ ਵਾਲੀਆਂ। ਉਹਨਾਂ ਦੇ ਗੀਤ ਸੁਣਦੀ ਰਹਿੰਦੀ ਅਤੇ ਆਪ ਵੀ ਗਾਉਂਦੀ ਰਹਿੰਦੀ। ਉਹ ਬਹੁਤ ਸੋਹਣਾ ਗਾਉਂਦੀ ਅਤੇ ਨੱਚਦੀ ਸੀ। ਇੱਥੋਂ ਤੱਕ ਕਿ ਆਂਢ ਗੁਆਂਢ ਦੇ ਲੋਕ ਬਨੇਰਿਆਂ ਤੋਂ ਝਾਕ ਕੇ ਕੰਧਾਂ ਨਾਲ ਕੰਨ ਲਾ ਕੇ ਜੀਨਤ ਦਾ ਗਾਣਾ ਸੁਣਦੇ ਅਤੇ ਨੱਚਦੀ ਨੂੰ ਦੇਖਦੇ। ਗੱਲ 'ਤੇ ਜੀਨਤ ਹੱਸਣ ਲੱਗ ਪੈਂਦੀ। ਖਿੜ ਕੇ ਹੱਸਦਿਆਂ ਉਸਦੀਆਂ ਗੱਲਾਂ ਲਾਲ ਹੋ ਜਾਂਦੀਆਂ ਅਤੇ ਵਾਲ ਖਿੰਡ ਪੁੰਨ ਜਾਂਦੇ। ਉਹ ਇੰਨੀ ਪਿਆਰੀ ਲੱਗਦੀ ਜਿਵੇਂ ਆਪ ਮੁਹਾਰੇ ਉੱਡ ਰਿਹਾ ਕੋਈ ਪੰਛੀ ਹੋਵੇ, ਕਿ ਆਪਣੇ ਆਪ ਉੱਡ ਰਿਹਾ ਕੋਈ ਪੰਛੀ ਹੋਵੇ। ਜੀਨਤ ਦਾ ਵਿਆਹ। ਫਿਰ ਬੇਟਾ ਜੀਨਤ ਦਾ ਵਿਆਹ ਹੋ ਜਾਂਦਾ। ਫਿਰ ਜੀਨਤ ਦਾ ਵਿਆਹ ਹੋ ਗਿਆ। ਮੁੰਡਾ ਕੋਈ ਦਾਦੇ ਪੋਤਰਾ ਸੀ, ਭਾਵ ਕਿ ਦਾਦੇ ਪੋਤਰੇ ਦੀ ਉਮਰ ਦਾ। ਜਦੋਂ ਜੀਨਤ ਨੇ ਇਹ ਸੁਣਿਆ ਤਾਂ ਉਸਦਾ ਹਾਸਾ ਮੂੰਹ ਉੱਡ ਗਿਆ, ਭਾਵ ਕਿ ਉਦਾਸ ਹੋ ਗਈ। ਉਸਦੇ ਗੀਤ ਉਸਦੇ ਬੁੱਲਾਂ ਤੋਂ ਝੜ ਗਏ, ਕਿਉਂਕਿ ਉਹ ਕੀ ਸੀ, ਜ਼ਿਆਦਾ ਉਮਰ ਦਾ ਸੀ। ਭਾਵ ਉਸਦੇ ਚਿਹਰੇ ਦੀ ਰੌਣਕ ਖਤਮ ਹੋ ਗਈ ਅਤੇ ਇਹ ਪ੍ਰਤੀਤ ਹੁੰਦਾ ਸੀ ਜਿਵੇਂ ਅਰਸ਼ਾਂ ਵਿੱਚੋਂ ਉੱਡ ਰਹੇ ਕਿਸੇ ਪੰਛੀ ਨੂੰ ਹੇਠ ਧਰਤੀ ਉੱਤੇ ਪਟਕਾ ਦਿੱਤਾ ਜਾਵੇ। ਭਾਵ ਕਿ ਉਹਦੇ ਸਾਰੇ ਅਰਮਾਨ ਜਿਹੜੇ ਆ ਮਤਲਬ ਬਹਿ ਗਏ। ਲੇਖਕ ਕਾਮਨਾ ਕਰਦਾ ਕਿ ਜੀਨਤ ਵਰਗੀ ਕੋਈ ਭੈਣ ਹੋਵੇਗੀ। ਲੇਖਕ ਕਹਿੰਦਾ, ਜਦੋਂ ਮੈਨੂੰ ਰਾਤ ਭਰ ਨੱਟਾਂ ਦੀ ਰਾਸ ਦੇਖਣ ਦਾ ਚਸਕਾ ਪੈ ਗਿਆ, ਕਵਾਲਾਂ ਦੀਆਂ ਕਵਾਲੀਆਂ ਸੁਣਨ ਨੂੰ ਦਿਲ ਕਰਦਾ, ਜਾਂ ਜਦੋਂ ਗੁਆਂਢ ਦੇ ਆ ਕੇ ਖਾਨਾਬਦੋਸ਼ ਆਪਣੀਆਂ ਝੁੱਗੀਆਂ ਪਾ ਕੇ ਰਹਿਣ ਲੱਗਦੇ ਤਾਂ ਉਹਨਾਂ ਦਾ ਖਾਨਾਬਦੋਸ਼ਾਂ ਨੂੰ ਵੇਖਣ ਲਈ ਮਨ ਲਲਚਾਉਂਦਾ, ਤਾਂ ਜੀਨਤ ਆਪ ਮਲਕੜੇ ਜਿਹੇ ਉਸ ਨੂੰ ਹਵੇਲੀ ਤੋਂ ਬਾਹਰ ਕੱਢ ਖਿੜਕੀ ਰਾਹੀਂ ਉਸਦੀ ਸ਼ੇਰਵਾਨੀ ਦਿੰਦੀ ਸੀ, ਜਿਸ ਦੀ ਜੇਬ ਵਿੱਚ ਭੈਣ ਵੱਲੋਂ ਜੋੜੇ 5 ਰੁਪਏ ਆਪਣੇ ਜਵਾਨ ਵੀਰ ਦੀ ਖੁਸ਼ੀ ਲਈ ਰੱਖੇ ਹੁੰਦੇ ਸਨ। ਭਾਵ ਕਿ ਆਪਣਾ ਜੇਬ ਖਰਚ ਦੇ ਦਿੰਦੀ ਸੀ ਆਪਣੇ ਭਰਾ ਨੂੰ। ਲੇਖਕ ਕਾਮਨਾ ਕਰਦਾ ਹੈ ਕਿ ਜੀਨਤ ਵਰਗੀ ਧੀ ਹੋਵੇਗੀ। ਜੀਨਤ ਨੇ ਅੱਬਾ ਵੱਲੋਂ ਉਸ ਦੇ ਕੀਤੇ ਸਾਕ ਦੇ ਇਕਰਾਰ ਨੂੰ ਪੇਵਰੇ ਦੀ ਰਜਾ, ਭਾਵ ਕਿ ਪਿਤਾ ਦੀ ਰਜਾ, ਭਾਵ ਕਿ ਪਿਤਾ ਦੀ ਰਜਾਮੰਦੀ ਸਮਝ ਕੇ ਸਿਰ ਮੱਥੇ ਮੰਨਿਆ, ਜਦਕਿ ਉਸਨੂੰ ਪਤਾ ਸੀ ਕਿ ਉਸਦਾ ਖਾਮਦ ਪਤੀ ਕੱਦ ਵਿੱਚ ਉਸ ਤੋਂ ਅੱਧਾ ਹੈ। ਉਹ ਅਨਪੜ੍ਹ ਇਨਸਾਨ, ਦੰਦਾਂ ਤੋਂ ਖੋਖਲਾ ਅਤੇ ਅੱਖਾਂ ਤੋਂ ਕਮਜ਼ੋਰ ਸੀ। ਉਸਦੀਆਂ ਅੱਖਾਂ ਵੀ ਚੁੰਨੀਆਂ ਸਨ। ਹੱਦ ਦਰਜੇ ਦਾ ਨਿਕੰਮਾ ਇਨਸਾਨ, ਸ਼ਰਾਬ ਸਿਗਰਟ ਦਾ ਆਦੀ। ਅਜਿਹਾ ਸਭ ਕੁਝ ਹੋਣ 'ਤੇ ਵੀ ਜੀਨਤ ਨੇ ਸ਼ਿਕਾਇਤ ਵਜੋਂ ਇੱਕ ਬੋਲ ਮੂੰਹੋਂ ਨਾ ਕੱਢਿਆ। ਬਿਲਕੁਲ ਚੁੱਪ ਰਹੀ। ਉਸਨੇ ਆਪਣੇ ਮੂੰਹ ਤੋਂ ਇੱਕ ਬੋਲ ਨਾ ਕੱਢਿਆ। ਜਿਸ ਸਮੇਂ ਅੱਬਾ ਨੇ ਕਰਾਵੇ ਵਿੱਚ ਲੈ ਕੇ ਉਸਨੂੰ ਡੋਲੇ ਵਿੱਚ ਪਾਇਆ ਤਾਂ ਜੀਨਤ ਨੇ ਪਲਕਾਂ ਵਿੱਚੋਂ ਇੱਕ ਹੰਝੂ ਵੀ ਨਾ ਘੇਰਿਆ। ਜੀਨਤ ਦਾ ਗ੍ਰਸਤੀ ਜੀਵਨ। ਜੀਨਤ ਦੇ ਘਰ ਇੱਕ ਬੱਚਾ ਪੈਦਾ ਹੋਇਆ, ਫਿਰ ਦੂਸਰਾ, ਤੇ ਹੌਲੀ ਜੀਨਤ ਦੇ ਬੱਚਿਆਂ ਨਾਲ ਉਸਦਾ ਵਿਹੜਾ ਭਰ ਗਿਆ। ਬੱਚਿਆਂ ਵਿੱਚ ਰੁੱਝੇ ਰਹਿਣ ਕਾਰਨ ਜੀਨਤ ਵਰੇ ਆਪਣੇ ਅੱਬਾ ਨੂੰ ਮਿਲਣ ਨਾ ਜਾਂਦੀ। ਵਰੇ ਕਈ ਸਾਲ, ਪਰ ਉਧਰਿਆ ਹੋਇਆ ਅੱਬਾ ਉਸਨੂੰ ਆਪ ਮਿਲ ਆਉਂਦਾ। ਜੀਨਤ ਇੱਕ ਸੁਚੱਜੀ ਮਾਂ, ਚੰਗੀ ਮਾਂ। ਜੀਨਤ ਦੇ 7 ਦੇ 7 ਬੱਚੇ ਸਾਫ਼ ਸੁਥਰੇ, ਸੋਹਣੇ, ਜੀਨਤ ਦੀ ਨੁਹਾਰ ਸਨ। ਪੜ੍ਹਨ ਅਤੇ ਖੇਡਣ ਵਿੱਚ ਸਭ ਤੋਂ ਅੱਗੇ ਸਨ। ਉਸਦੀ ਛੋਟੀ ਕੁੜੀ ਤਾਂ ਬਹੁਤ ਹੀ ਪਿਆਰੀ, ਜਿਵੇਂ ਗੁੱਡੀ ਹੋਵੇ। ਉਸਦੇ ਬੱਚਿਆਂ ਦੇ ਉੱਠਣ ਬੈਠਣ 'ਤੇ ਗੱਲ ਕਰਨ ਦਾ ਸਲੀਕਾ ਦੇਖ ਕੇ ਆਂਢ ਗੁਆਂਢ ਹੈਰਾਨ ਰਹਿ ਜਾਂਦੀ। ਜੇਕਰ ਉਸਦੇ ਕਿਸੇ ਬੱਚੇ ਨੂੰ ਕੁਝ ਹੋ ਜਾਂਦਾ, ਕੋਈ ਬਿਮਾਰ ਹੋ ਜਾਂਦਾ, ਉਸਦਾ ਖਾਣ ਪੀਣ ਛੁੱਟ ਜਾਂਦਾ। ਕਦੀ ਕੋਈ ਦਵਾਈ ਦਿੰਦੀ, ਪਰਮਾਤਮਾ ਅੱਗੇ ਦੁਆਵਾਂ ਮੰਗਦੀ, ਦਾਨ ਪੁੰਨ ਆਦਿ ਕਰਦੀ। ਪੜ੍ਹਾਈ ਸਮੇਂ ਵੀ ਉਹਨਾਂ ਨੂੰ ਆਪ ਪੜ੍ਹਾਉਂਦੀ। ਜੀਨਤ ਦੇ ਘਰ ਵਾਲੇ ਦਾ ਗੁਜ਼ਰ ਜਾਣਾ। ਫਿਰ ਕੀ, ਉਹਦਾ ਪਤੀ ਮਰ ਗਿਆ। ਜੀਨਤ ਦਾ ਘਰ ਵਾਲਾ 4 ਦਿਨ ਬਿਮਾਰ ਹੋਣ ਤੋਂ ਬਾਅਦ ਮਰ ਗਿਆ। ਇੰਨੇ ਵੱਡੇ ਜ਼ਿਮੀਂਦਾਰ ਦੀ ਮੌਤ 'ਤੇ ਲੋਕਾਂ ਨੇ ਬਹੁਤ ਦੁੱਖ ਪ੍ਰਗਟ ਕੀਤਾ, ਪਰ ਉਸ ਨੇ ਇਸ ਮੌਕੇ 'ਤੇ ਵੀ ਹੰਝੂ ਨਾ ਘੇਰਿਆ। ਜਿਸ ਸਮੇਂ ਉਹ ਬਿਮਾਰ ਸੀ ਤਦ ਵੀ ਉਹ ਸ਼ਾਂਤ ਅਡੋਲ ਰਹੀ। ਹਫ਼ਤਾ 10 ਦਿਨ ਤੱਕ ਉਸਨੇ ਹੰਝੂ ਤੱਕ ਨਹੀਂ ਘੇਰਿਆ। ਜੀਨਤ ਦਾ ਪੇਕੇ ਘਰ ਵਾਪਸ ਆਉਣਾ। ਆਪਣੇ ਪਤੀ ਦੀ ਮੌਤ 'ਤੇ 10 ਦਿਨ ਬਾਅਦ ਜੀਨਤ ਆਪਣੇ ਬੱਚਿਆਂ ਨੂੰ ਨਾਲ ਲੈ ਕੇ, ਆਪਣਾ ਥੋੜ੍ਹਾ ਜਿਹਾ ਸਮਾਨ ਲੈ ਕੇ ਆਪਣੇ ਪੇਕੇ ਘਰ ਵਾਪਸ ਆ ਗਈ। ਉਹ ਆਪਣੇ ਵੀਰਾਂ ਦੀ ਇੱਕੋ ਇੱਕ ਭੈਣ ਅਤੇ ਅੱਬਾ ਦੀ ਇੱਕੋ ਇੱਕ ਧੀ ਸੀ। ਉਸ ਦੀਆਂ ਲੱਖਾਂ ਖਾਤਰਾਂ ਹੁੰਦੀਆਂ। ਜੀਨਤ ਦਾ ਪਤੀ ਆਪਣੇ ਬੱਚੀ ਦੇ, ਜੀਨਤ ਦਾ ਜਿਹੜਾ ਸੀ ਪਿਤਾ, ਠੀਕ ਹੈ ਨਾ, ਉਹ ਕੀ ਸੀ, ਆਪਣੇ
ਬੱਚੀ ਦੇ ਦੁੱਖ ਬਾਰੇ ਸੋਚ ਕੇ ਹੈਰਾਨ ਹੁੰਦਾ। ਕਿਉਂ ਹੈਰਾਨ ਹੁੰਦਾ ਕਿ ਜੀਨਤ ਦਾ ਪਤੀ ਜੋ ਸੀ ਉਸਦੀ ਬਿਲਕੁਲ ਵੀ ਪਰਵਾਹ ਨਹੀਂ ਸੀ ਕਰਦਾ, ਔਰ ਕੀ ਆ ਅੰਤੋਂ ਜਿਹੜਾ ਉਹ ਗੁਜ਼ਰ ਗਿਆ ਤੇ ਪਿਤਾ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਾ। ਠੀਕ ਹੈ ਨਾ। ਇੱਥੋਂ ਤੱਕ ਕਿ ਆਂਢ ਗੁਆਂਢ ਦੇ ਲੋਕ ਵੀ ਹੈਰਾਨ ਸਨ ਕਿ ਬੱਚਿਆਂ ਦੇ ਪਿਤਾ ਦੀ ਮੌਤ ਤੋਂ ਬਾਅਦ ਜੀਨਤ ਨੇ ਕਦੀ ਵੀ ਉਸ ਨੂੰ ਯਾਦ ਨਹੀਂ ਕੀਤਾ। ਇਹਦੇ ਵਿੱਚ ਕੀ ਆ ਬੇਟਾ, ਅਸੀਂ ਦੇਖਦੇ ਹਾਂ ਕਿ ਜੀਨਤ ਨੇ ਕਿਹੋ ਜਿਹੇ ਪਤੀ ਨਾਲ ਆਪਣੀ ਜ਼ਿੰਦਗੀ ਨਿਭਾਈ ਤੇ ਜੀਨਤ ਦਾ ਜਿਹੜਾ ਪਿਤਾ ਸੀ ਉਹ ਇਸ ਚੀਜ਼ ਨੂੰ ਦੇਖ ਕੇ ਦੁਖੀ ਹੁੰਦਾ ਸੀ ਕਿ ਉਸ ਦਾ ਪਤੀ ਉਸਦੇ ਸਿਰ 'ਤੇ ਨਹੀਂ ਰਿਹਾ। ਪਰ ਜੀਨਤ ਨੂੰ ਇਸ ਗੱਲ ਦਾ ਬਿਲਕੁਲ ਵੀ ਸਦਮਾ ਨਹੀਂ ਸੀ, ਕਿਉਂਕਿ ਉਸਨੇ ਜੋ ਜ਼ਿੰਦਗੀ ਬਤੀਤ ਕੀਤੀ ਸੀ ਉਹ ਕਿਸੇ ਨਰਕ ਨਾਲੋਂ ਘੱਟ ਨਹੀਂ ਸੀ। ਲੇਖਕ ਵੱਲੋਂ ਜੀਨਤ ਦੇ ਖਾਮਦ ਦਾ ਜ਼ਿਕਰ ਕਰਨਾ। ਖਾਮਦ ਕੀ ਆ? ਪਤੀ। ਜਦੋਂ ਵੀ ਕੋਈ ਇਨਸਾਨ ਜੀਨਤ ਦੇ ਖਾਮਦ ਬਾਰੇ ਪੁੱਛਦਾ ਜਾਂ ਜ਼ਿਕਰ ਕਰਦਾ ਤਾਂ ਜੀਨਤ ਚੁੱਪ ਸਾਧ ਲੈਂਦੀ। ਸਾਧ ਲੈਣਾ ਭਾਵ ਕਿ ਚੁੱਪ ਕਰ ਜਾਂਦੀ। ਪਰ ਇੱਕ ਦਿਨ ਲੇਖਕ ਨੇ ਉਸ ਬਾਰੇ ਪੁੱਛ ਹੀ ਲਿਆ ਕਿ ਤੁਸੀਂ ਆਪਣੇ ਸਿਰ ਦੇ ਮਾਲਕ ਦੀ ਮੌਤ 'ਤੇ ਇੱਕ ਹੱਥੋਂ ਨਹੀਂ ਘੇਰਿਆ, ਭਾਵ ਕਿ ਬਿਲਕੁਲ ਨਹੀਂ ਰੋਏ। ਜੀਨਤ ਆਪਾਂ ਇਹ ਸੁਣ ਕੇ ਤੜਫ ਉੱਠੀ ਅਤੇ ਬੋਲੀ, ਕਿਸ ਦੇ ਸਿਰ ਦਾ ਮਾਲਕ? ਮੇਰਾ ਕੋਈ ਖਾਮਦ ਨਹੀਂ, ਕਿ ਭਾਵ ਕਿ ਮੇਰਾ ਕੋਈ ਪਤੀ ਨਹੀਂ। ਮੈਂ ਤੇ ਇੱਕ ਦਿਨ ਵੀ ਉਸਨੂੰ ਕਦੀ ਆਪਣਾ ਖਾਮਦ ਨਹੀਂ ਸਮਝਿਆ। ਮੈਂ ਤੇ ਇੱਕ ਪਲ ਵੀ ਉਸਦੀ ਕਦੀ ਤ੍ਰੀਮਤ ਨਹੀਂ ਬਣੀ। ਉਸ ਅਨੁਸਾਰ ਅਜਿਹਾ ਇਨਸਾਨ ਬੱਚਿਆਂ ਦਾ ਪਿਓ ਤਾਂ ਹੋ ਸਕਦਾ ਹੈ, ਕਿਸੇ ਦੀ ਮਰਜ਼ੀ ਤੋਂ ਬਿਨਾਂ ਕੋਈ ਕਿਸੇ ਦਾ ਘਰ ਵਾਲਾ ਤਾਂ ਹੋ ਸਕਦਾ ਹੈ, ਪਰ ਦਿਲ ਵਾਲਾ ਨਹੀਂ ਹੋ ਸਕਦਾ। ਅਜਿਹਾ ਕਹਿ ਕੇ ਉਹ ਫੁੱਟ ਕੇ ਰੋ ਪਈ, ਭਾਵ ਕਿ ਉਸ ਦਿਨ ਉਸਨੇ ਇਹ ਜ਼ਾਹਰ ਕੀਤਾ ਕਿ ਉਸ ਨਾਲ ਜੋ ਹੈ ਅਨਿਆਏ ਹੋਇਆ ਸੀ। ਉਸਨੇ ਜੋ ਹੈ ਜ਼ਿੰਦਗੀ ਬਤੀਤ ਕੀਤੀ ਉਹ ਬਹੁਤ ਔਖੀ ਕੀਤੀ ਸੀ। ਜੀਨਤ ਦੀ ਫਿਰ ਕਾਇਆ ਕਲਪ, ਭਾਵ ਕਿ ਫਿਰ ਉਸ ਦੁਬਾਰਾ ਤੋਂ ਆਪਣੇ ਪਿਛਲੇ ਜਿਹੜੇ ਆ ਦਿਨਾਂ ਦੇ ਵਿੱਚ ਹੀ ਆ ਗਈ। ਪਿਛਲੇ ਦਿਨਾਂ ਵਾਂਗ ਹੀ ਉਹ ਜਿਹੜੀ ਹੈ ਕੀ ਆ ਉਹ ਹੱਸਣ ਖੇਡਣ ਲੱਗ ਪਈ ਜੀਨਤ। ਹਾਂ, ਵਰੇ 2 ਵਰੇ ਬਾਅਦ ਫਿਰ ਜੀਨਤ ਆਪਣੇ ਪਿੰਡ ਵਾਲਿਆਂ ਦੀ ਜਿੰਦ ਜਾਨ ਬਣ ਗਈ। ਫਿਰ ਉਸੇ ਤਰ੍ਹਾਂ ਹੱਸਣਾ, ਕੰਮ ਕਰਦੇ ਰਹਿਣਾ, ਲੋਕਾਂ ਦੇ ਕੰਮ ਆਉਣਾ। ਫਿਰ ਚਿਹਰੇ 'ਤੇ ਲਾਲੀ, ਸਰੋਂ ਵਰਗਾ ਕੱਦ, ਉੱਚੇ ਉਸਦੇ ਮਤਲਬ ਉਹ ਜੋ ਸੀ ਉੱਚੀ ਲੰਮੀ ਸੀ। ਠੀਕ ਹੈ, ਜਵਾਨ ਸੀ। ਉਸਦੇ ਗਜ਼ ਲੰਮੇ ਵਾਲ, ਜਿਵੇਂ ਕੋਈ ਅਸਮਾਨੋਂ ਰੱਥੀ ਭਰੀ ਹੋਵੇ। ਹਰ ਵਿਹੜੇ ਵਿੱਚ ਉਸਦੀ ਉਡੀਕ ਹੁੰਦੀ ਕਿ ਉਹ ਜਿਸ ਤਰੀਕੇ ਨਾਲ ਪਹਿਲੇ ਰਹਿੰਦੀ ਸੀ ਉਸੇ ਤਰੀਕੇ ਨਾਲ ਆਪਣੇ ਪਿਤਾ ਦੇ ਘਰ ਰਹਿਣ ਲੱਗ ਗਈ। ਠੀਕ ਹੈ, ਤਾਂ ਇਸ ਤਰੀਕੇ ਦਾ ਸੀ ਬੇਟਾ ਇਹ ਤੁਹਾਡੀ ਕਹਾਣੀ ਜੀਨਤ ਆਪਾ। ਠੀਕ ਹੈ, ਇਹ ਤੁਹਾਡੀ ਕਹਾਣੀ ਸੀ ਜੀਨਤ ਆਪਾ, ਅਤੇ ਤੁਸੀਂ ਕੀ ਹੈ ਇਸ ਨੂੰ ਬੇਟਾ ਅੱਛੇ ਢੰਗ ਨਾਲ ਜਿਹੜਾ ਉਹ ਪੜ੍ਹਨਾ ਹੈ। ਠੀਕ ਹੈ, ਓਕੇ ਬੇਟਾ, ਥੈਂਕਸ।